ਹੈਲੋ ਫਰੈਂਡਸ, ਵੈਲਕਮ ਟੂ ਮਾਈ YouTube ਚੈਨਲ। ਅੱਜ ਆਪਾਂ ਉਸੇ ਬੁੱਕ ਦਾ ਹੀ ਪਹਿਲੇ ਪਾਠ ਦਾ ਹੀ ਇੱਕ ਪਾਰਟ ਹੈ, ਛੋਟਾ ਸਬ ਪਾਰਟ, ਜਿਹਦਾ ਹੈਡਿੰਗ ਹੈ ਡੇਵਿਡ ਤੇ ਗਲੋਲੀਓ। ਡੇਵਿਡ ਤੇ ਗਲੋਲੀਓ ਦੀ ਕਹਾਣੀ ਬਾਰੇ ਅਸੀਂ ਸਾਰੇ ਜਾਣਦੇ ਹਾਂ। ਇੱਕ ਪਿੰਡ 'ਚ ਇੱਕ ਦੈਂਤ ਸੀ ਜਿਹੜਾ ਬੱਚਿਆਂ ਨੂੰ ਡਰਾਉਂਦਾ ਤੇ ਪਰੇਸ਼ਾਨ ਕਰਦਾ ਸੀ। ਇੱਕ ਦਿਨ 17 ਸਾਲ ਦਾ ਇੱਕ ਭੇਡਾਂ ਚਰਾਉਣ ਵਾਲਾ ਮੁੰਡਾ ਉਸ ਪਿੰਡ 'ਚ ਆਪਣੇ ਭਰਾਵਾਂ ਨੂੰ ਮਿਲਣ ਆਇਆ ਤੇ ਪੁੱਛਣ ਲੱਗਾ ਕਿ ਤੁਸੀਂ ਲੋਕ ਦੈਂਤ ਨਾਲ ਮੁਕਾਬਲਾ ਕਿਉਂ ਨਹੀਂ ਕਰਦੇ। ਉਹਦੇ ਭਰਾ ਬਹੁਤ ਡਰੇ ਹੋਏ ਸੀ ਤੇ ਉਹਨਾਂ ਨੇ ਜਵਾਬ ਦਿੱਤਾ ਕਿ ਤੂੰ ਵੇਖਿਆ ਨਹੀਂ ਕਿ ਉਹ ਕਿੰਨਾ ਵੱਡਾ ਹੈ ਤੇ ਉਸ ਨੂੰ ਚੋਟ ਨਹੀਂ ਪਹੁੰਚਾਈ ਜਾ ਸਕਦੀ। ਪਰ ਡੇਵਿਡ ਦਾ ਕਹਿਣਾ ਸੀ, ਨਹੀਂ, ਉਹ ਇੰਨਾ ਵੱਡਾ ਨਹੀਂ ਕਿ ਉਸ ਨੂੰ ਮਾਰਿਆ ਨਾ ਜਾ ਸਕੇ, ਪਰ ਹਾਂ, ਇੰਨਾ ਵੱਡਾ ਜ਼ਰੂਰ ਹੈ ਕਿ ਜੇ ਉਹਨੂੰ ਮਾਰੀਏ ਤਾਂ ਵਾਰ ਖਾਲੀ ਨਹੀਂ ਜਾਵੇਗਾ। ਕਹਾਣੀ ਵਿੱਚ ਅੱਗੇ ਕੀ ਹੋਇਆ ਹੋਵੇਗਾ ਇਸ ਬਾਰੇ ਤਾਂ ਪਤਾ ਹੀ ਹੈ। ਡੇਵਿਡ ਨੇ ਆਪਣੀ ਗੁਲੇਲ ਨਾਲ ਦੈਂਤ ਨੂੰ ਮਾਰ ਦਿੱਤਾ। ਦੈਂਤ ਉਹੀ ਸੀ, ਪਰ ਡੇਵਿਡ ਦਾ ਉਸ ਪ੍ਰਤੀ ਸੋਚਣ ਦਾ ਢੰਗ ਵੱਖਰਾ ਸੀ। ਸਾਡਾ ਦ੍ਰਿਸ਼ਟੀਕੋਣ ਵੀ ਇਹੀ ਨਿਰਧਾਰਤ ਕਰਦਾ ਹੈ ਕਿ ਅਸੀਂ ਅਸਫਲਤਾ ਦਾ ਸਾਹਮਣਾ ਕਿਵੇਂ ਕਰਨਾ ਹੈ। ਹਾਂ ਪੱਖੀ ਸੋਚ ਵਾਲਿਆਂ ਲਈ ਹਾਰ ਵੀ ਜਿੱਤ ਪ੍ਰਾਪਤ ਕਰਨ ਦਾ ਸਾਧਨ ਬਣ ਸਕਦੀ ਹੈ, ਤੇ ਦੂਜੇ ਪਾਸੇ ਨਾ ਪੱਖੀ ਸੋਚ ਰੱਖਣ ਵਾਲਿਆਂ ਲਈ ਇਹ ਰਾਹ ਦਾ ਰੋੜਾ ਹੋ ਸਕਦੀ ਹੈ। ਚੰਗੀਆਂ ਸੰਸਥਾਵਾਂ ਦੀ ਮਹਾਨਤਾ ਵੇਤਨ 'ਤੇ ਕੰਮ ਕਰਨ ਦੀ ਸਥਿਤੀਆਂ ਕਰਕੇ ਨਹੀਂ ਹੁੰਦੀ, ਸਗੋਂ ਉਸਨਾਂ ਦੀ ਸਨਾਖਤ ਤਾਂ ਹਮਦਰਦੀ ਦੀਆਂ ਭਾਵਨਾਵਾਂ, ਚੰਗੇ ਦ੍ਰਿਸ਼ਟੀਕੋਣ ਤੇ ਹਿਰਦ ਸੰਬੰਧਾਂ ਤੋਂ ਆਕੀ ਜਾਂਦੀ ਹੈ। ਜਦੋਂ ਕਰਮਚਾਰੀ ਇਹ ਕਹਿੰਦੇ ਹਨ ਅਸੀਂ ਇਹ ਨਹੀਂ ਕਰ ਸਕਦੇ, ਤਾਂ ਇਸ ਦੇ ਦੋ ਸੰਭਾਵੀ ਅਰਥ ਹੋ ਸਕਦੇ ਹਨ। ਪਹਿਲਾ ਤਾਂ ਇਹ ਕਿ ਕੀ ਉਹ ਇਹ ਕਹਿ ਰਹੇ ਹਨ ਕਿ ਉਹਨਾਂ ਨੂੰ ਇਹ ਕੰਮ ਕਰਨਾ ਹੀ ਨਹੀਂ ਆਉਂਦਾ, ਜਾਂ ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ। ਜੇ ਉਹ ਕੰਮ ਕਰਨਾ ਨਹੀਂ ਜਾਣਦੇ ਤਾਂ ਇਹ ਇੱਕ ਮੁੱਢਲੀ ਸਿੱਖਿਆ ਦਾ ਮਾਮਲਾ ਹੈ, ਪਰ ਜੇ ਉਹ ਕਹਿੰਦੇ ਹਨ ਕਿ ਉਹ ਕੰਮ ਕਰਨਾ ਹੀ ਨਹੀਂ ਚਾਹੁੰਦੇ ਤਾਂ ਇਹ ਉਹਨਾਂ ਦੇ ਸੋਚਣ ਢੰਗ ਨਾਲ ਜੁੜਿਆ ਮਸਲਾ ਹੈ। ਮਤਲਬ ਇਹ ਹੋਇਆ ਕਿ ਉਹ ਕੰਮ ਦੀ ਪਰਵਾਹ ਨਹੀਂ ਕਰਦੇ, ਜਾਂ ਫਿਰ ਇਹ ਉਹਨਾਂ ਦੇ ਆਦਰਸ਼ ਦੇ ਖਿਲਾਫ ਹੋ ਸਕਦਾ ਹੈ। ਅਰਥਾਤ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਇੰਜ ਨਹੀਂ ਕਰਨਾ ਚਾਹੀਦਾ, ਜਾਂ ਮੈਨੂੰ ਕੰਮ ਆਉਂਦਾ ਨਹੀਂ, ਜਾਂ ਮੈਂ ਕਰਨਾ ਚਾਹੁੰਦਾ ਨਹੀਂ। ਦੋ ਤਰੀਕੇ ਹੋ ਸਕਦੇ ਨੇ। ਤਾਂ ਅਗਲਾ ਜਿਹੜਾ ਸਬ ਪਾਰਟ ਹੈ ਸੰਪੂਰਨਤਾ ਦਾ ਰਾਹ। ਮੈਂ ਸੰਪੂਰਨਤਾ ਦੇ ਰਾਹ ਉੱਤੇ ਚੱਲਣ ਵਿੱਚ ਵਿਸ਼ਵਾਸ ਰੱਖਦਾ ਹਾਂ। ਅਸੀਂ ਭਿੰਨ ਭਿੰਨ ਅੰਗਾਂ ਵਿੱਚ ਵੰਡੇ ਹੋਏ ਜੀਵ ਨਹੀਂ, ਸਗੋਂ ਇੱਕ ਸੰਪੂਰਨ ਮਨੁੱਖ ਹਾਂ। ਇੱਕ ਪੂਰਾ ਬੰਦਾ ਹੀ ਕੰਮ ਤੇ ਜਾਂਦਾ ਹੈ ਤੇ ਕੰਮ ਤੋਂ ਵਾਪਸ ਘਰ ਆਉਂਦਾ ਹੈ। ਅਸੀਂ ਘਰ ਦੀਆਂ ਪਰੇਸ਼ਾਨੀਆਂ ਤੇ ਦਿੱਕਤਾਂ ਦਫ਼ਤਰ 'ਚ ਲੈ ਜਾਂਦੇ ਹਾਂ ਤੇ ਦਫ਼ਤਰ ਦੀਆਂ ਮੁਸ਼ਕਲਾਂ ਘਰ ਲੈ ਆਉਂਦੇ ਹਾਂ। ਜਦੋਂ ਅਸੀਂ ਦਫ਼ਤਰ ਵਿੱਚ ਘਰ ਦੀਆਂ ਪਰੇਸ਼ਾਨੀਆਂ ਲੈ ਜਾਂਦੇ ਹਾਂ ਤਾਂ ਕੀ ਹੁੰਦਾ ਹੈ? ਨਤੀਜੇ ਵਜੋਂ ਸਾਡੀ ਚਿੰਤਾ ਵੱਧ ਜਾਂਦੀ ਹੈ ਤੇ ਪੈਦਾਵਾਰ ਪਹਿਲਾਂ ਨਾਲੋਂ ਘਟ ਜਾਂਦੀ ਹੈ। ਠੀਕ ਉਸੇ ਤਰ੍ਹਾਂ ਦਫ਼ਤਰ ਦੀਆਂ ਤੇ ਸਮਾਜਿਕ ਮੁਸ਼ਕਲਾਂ ਸਾਡੀ ਜ਼ਿੰਦਗੀ ਦੇ ਹਰ ਹਿੱਸੇ ਉੱਪਰ ਪ੍ਰਭਾਵ ਪਾਉਂਦੀਆਂ ਹਨ। ਆਰਾਮ ਨਾਲ ਇਹਨਾਂ ਵਿੱਚੋਂ ਕੋਈ ਵੀ ਇੱਕ ਮਸਲਾ ਲਓ ਤੇ ਉਹਦੇ ਉੱਪਰ ਚੰਗੀ ਤਰ੍ਹਾਂ ਇੱਕ ਗੂੜ ਗਿਆਨੀ ਬੰਦੇ ਵਾਂਗ ਸੋਚ ਵਿਚਾਰ ਕਰੋ, ਤੇ ਨਾਲ ਹੀ ਇਸ ਨੂੰ ਆਪਣੀ ਪਰਿਵਾਰਿਕ ਜ਼ਿੰਦਗੀ, ਆਪਣੇ ਦਫ਼ਤਰ ਜਾਂ ਫਿਰ ਆਪਣੀ ਸਰਕਾਰ ਤੇ ਆਪਣੀ ਦੁਨੀਆ ਉੱਤੇ ਲਾਗੂ ਕਰਕੇ ਦੇਖੋ। ਤੁਹਾਨੂੰ ਇਹੀ ਗੱਲ ਸੱਚੀ, ਸਾਫ਼ ਤੇ ਠੋਸ ਲੱਗੇਗੀ। ਇਸ ਤੋਂ ਬਾਅਦ ਅਗਲਾ ਸਬ ਚੈਪਟਰ ਹੈ ਸਾਡੀ ਸੋਚ ਨੂੰ ਨਿਰਧਾਰਤ ਕਰਨ ਵਾਲੇ ਤੱਤ। ਸਾਡੀ ਸੋਚ ਨੂੰ ਕਿਹੜੇ ਤੱਤ ਹੈ ਜੋ ਨਿਰਧਾਰਤ ਕਰਦੇ ਹੈ। ਅੱਜ ਆਪਾਂ ਉਹਨਾਂ ਤੱਤਾਂ ਬਾਰੇ ਵੀ ਪੜਾਂਗੇ। ਸਾਡੀ ਸੋਚ ਨੂੰ ਨਿਰਧਾਰਤ ਕਰਨ ਵਾਲੇ ਤੱਤ। ਕੀ ਅਸੀਂ ਆਪਣਾ ਰਵੱਈਆ ਲੈ ਕੇ ਪੈਦਾ ਹੁੰਦੇ ਹਾਂ, ਜਾਂ ਇਹ ਉਮਰ ਦੇ ਨਾਲ ਨਾਲ ਵਿਕਸਿਤ ਹੁੰਦਾ ਹੈ? ਅਸਲ 'ਚ ਉਹ ਕਿਹੜੇ ਤੱਤ ਹਨ ਜਿਹੜੇ ਸਾਡੇ ਰਵੱਈਏ ਨੂੰ ਨਿਰਧਾਰਤ ਕਰਦੇ ਹਨ? ਜੇ ਤੁਸੀਂ ਜ਼ਿੰਦਗੀ ਪ੍ਰਤੀ ਨਾ ਪੱਖੀ ਸੋਚ ਰੱਖਦੇ ਹੋ, ਕਿਉਂ ਜੋ ਤੁਹਾਡਾ ਇਰਦ ਗਿਰਦ ਦਾ ਮਾਹੌਲ ਹੀ ਇੰਝ ਦਾ ਹੈ, ਤਾਂ ਕੀ ਤੁਸੀਂ ਆਪਣੇ ਨਜ਼ਰੀਏ ਨੂੰ ਬਦਲ ਸਕਦੇ ਹੋ? ਸਾਡੇ ਜ਼ਿਆਦਾ ਦ੍ਰਿਸ਼ਟੀਕੋਣ ਸਾਡੀ ਮੁੱਢਲੀ ਉਮਰ 'ਚ ਹੀ ਰੂਪ ਧਾਰਦੇ ਹਨ। ਮੁੱਖ ਤੌਰ 'ਤੇ 3 ਅਜਿਹੇ ਮੁੱਢਲੇ ਤੱਤ ਹਨ ਜਿਹੜੇ ਸਾਡੇ ਸੋਚਣ ਢੰਗ ਨੂੰ ਤੈਅ ਕਰਦੇ ਹਨ। ਪਹਿਲਾ, ਆਸ-ਪਾਸ ਦਾ ਵਾਤਾਵਰਨ ਜਾਂ ਮਾਹੌਲ, ਜਿਹਨੂੰ ਆਪਾਂ ਇਨਵਾਇਰਨਮੈਂਟ ਕਹਿੰਦੇ ਹਾਂ। ਦੂਸਰਾ, ਅਨੁਭਵ ਜਾਂ ਤਜਰਬਾ, ਜਿਹਨੂੰ ਆਪਾਂ ਇੰਗਲਿਸ਼ ਦੇ ਵਿੱਚ ਐਕਸਪੀਰੀਅੰਸ ਕਹਿੰਦੇ ਹਾਂ। ਤੀਜਾ, ਸਿੱਖਿਆ, ਜਿਹਨੂੰ ਅਸੀਂ ਇੰਗਲਿਸ਼ ਦੇ ਵਿੱਚ ਐਜੂਕੇਸ਼ਨ ਕਹਿੰਦੇ ਹਾਂ। ਇਹਨਾਂ ਤਿੰਨਾਂ ਨੂੰ ਅਸੀਂ ਦ੍ਰਿਸ਼ਟੀਕੋਣ ਨਿਰਧਾਰਤ ਕਰਨ ਦੇ 3 ES ਯਾਨੀ ਕਿ 3 E ਮਤਲਬ ਇਨਵਾਇਰਨਮੈਂਟ, ਦੂਸਰੀ E ਐਕਸਪੀਰੀਅੰਸ, ਤੇ ਥਰਡ E ਹੈਗੀ ਐਜੂਕੇਸ਼ਨ ਕਹਿ ਸਕਦੇ ਹਾਂ। ਹੁਣ ਇਹਨਾਂ ਤਿੰਨਾਂ ਦਾ ਵੱਖ-ਵੱਖ ਮੁਲਾਂਕਣ ਕਰੀਏ। ਪਹਿਲਾ ਹੈ ਅਨੁਕੂਲ ਵਾਤਾਵਰਨ। ਚੰਗੇ ਮਾਹੌਲ ਲਈ ਹੇਠ ਲਿਖੀਆਂ ਗੱਲਾਂ ਦੀ ਜ਼ਰੂਰਤ ਹੈ। ਪਹਿਲਾ ਹੈ ਘਰ। ਹਾਂ ਪੱਖੀ ਜਾਂ ਨਾ ਪੱਖੀ ਪ੍ਰਭਾਵ ਜਿਹੜਾ ਸਾਡੇ ਉੱਪਰ ਸਾਡੇ ਸਭ ਤੋਂ ਪਹਿਲਾਂ ਘਰ ਤੋਂ ਪੈਂਦਾ ਹੈ। ਦੂਸਰਾ ਹੈ ਸਕੂਲ, ਸਹਿਪਾਠੀਆਂ ਦਾ ਦਬਾਅ, ਜਿਹੜੇ ਸਾਡੇ ਫਰੈਂਡਸ ਹੁੰਦੇ ਨੇ ਉਹ ਕਿੱਦਾਂ ਦੇ ਨੇ। ਤੀਸਰਾ ਹੈ ਦਫ਼ਤਰ, ਸਹਾਇਤਾ ਦੇਣ ਵਾਲੇ ਜਾਂ ਜ਼ਿਆਦਾ ਨੁਕਤਾਚੀਨੀ ਕੱਢਣ ਵਾਲੇ ਨਿਗਰਾਨ। ਚੌਥਾ ਹੈ ਮੀਡੀਆ, ਟੈਲੀਵਿਜ਼ਨ, ਅਖਬਾਰ, ਪੱਤਰਕਾਵਾਂ, ਰੇਡੀਓ, ਫਿਲਮਾਂ, ਸੱਭਿਆਚਾਰਕ ਪਿੱਠਭੂਮੀ। ਪੰਜਵਾਂ ਹੈ ਧਾਰਮਿਕ ਪਿੱਠਭੂਮੀ, ਕਿ ਅਸੀਂ ਕਲਚਰਲ ਬੈਕਗਰਾਊਂਡ ਸਾਡਾ ਕਿੱਦਾਂ ਦਾ ਹੈ। ਛੇਵਾਂ ਹੈ ਰੀਤੀ ਰਿਵਾਜ ਤੇ ਆਸਥਾਵਾਂ, ਕਿ ਅਸੀਂ ਕਿੱਦਾਂ ਦੇ ਜਿਹੜੇ ਹੈਗੇ ਨੇ ਰੀਤੀ ਰਿਵਾਜ, ਜਾਂ ਕਿੱਦਾਂ ਦਾ ਸਾਡਾ ਜਿਹੜਾ ਹੈਗਾ ਕੋਈ ਵੀ ਅਸੀਂ ਕਿਹੜੇ ਧਾਰਮਿਕ ਪੱਖ ਤੋਂ ਆਪਣੀ। ਨੈਕਸਟ ਹੈ ਸਮਾਜਿਕ ਚੌਗਿਰਦਾ,
ਜਾਣੀ ਕਿ ਸਾਡੇ ਟ੍ਰਾਂਜੀਸ਼ਨਸ ਤੇ ਸਾਡੇ ਵਿਸ਼ ਬਲੀਫਸ। ਅਗਲਾ ਹੈ ਰਾਜਨੀਤਿਕ ਵਾਤਾਵਰਨ, ਪੋਲੀਟੀਕਲ ਇਨਵਾਇਰਨਮੈਂਟ। ਇਹ ਸਾਰੀ ਸਮੱਗਰੀ ਮਿਲ ਕੇ ਇੱਕ ਅਨੁਕੂਲ ਵਾਤਾਵਰਨ ਬਣਾਉਂਦੀ ਹੈ, ਭਾਵੇਂ ਘਰ ਹੋਵੇ ਜਾਂ ਦਫ਼ਤਰ ਹੋਵੇ ਜਾਂ ਦੇਸ਼ ਹੋਵੇ, ਹਰ ਇੱਕ ਥਾਂ ਦੀ ਆਪਣੀ ਸੱਭਿਅਤਾ ਹੁੰਦੀ ਹੈ। ਕੀ ਤੁਸੀਂ ਕਦੇ ਇਸ ਗੱਲ ਤੇ ਧਿਆਨ ਦਿੱਤਾ ਹੈ ਕਿ ਤੁਸੀਂ ਕਿਸੇ ਕਰਿਆਨੇ ਦੀ ਦੁਕਾਨ ਤੇ ਜਾਂਦੇ ਹੋ ਤਾਂ ਉੱਥੇ ਦੇ ਸੇਲਜ਼ਮੈਨ ਬੜੀ ਤਹਿਜ਼ੀਬ ਵਾਲਾ ਹੁੰਦਾ ਹੈ। ਇਹ ਤੱਕ ਕਿ ਨਿਗਰਾਨ, ਪ੍ਰਬੰਧਕ ਤੇ ਮਾਲਕ ਵੀ ਉਵੇਂ ਦੇ ਹੀ ਸੁਹਿਰਦ ਵਿਹਾਰ ਕਰਨ ਵਾਲੇ ਇਨਸਾਨ ਹੁੰਦੇ ਹਨ। ਲੇਕਿਨ ਜੇ ਤੁਸੀਂ ਦੂਜੀ ਦੁਕਾਨ ਤੇ ਜਾਂਦੇ ਹੋ ਤਾਂ ਉੱਥੇ ਤੁਹਾਨੂੰ ਹਰ ਕੋਈ ਰੁੱਖੇ ਸੁਭਾਅ ਵਾਲਾ ਤੇ ਬਦਤਮੀਜ਼ ਕਿਸਮ ਦਾ ਬੰਦਾ ਮਿਲੇਗਾ। ਤੁਸੀਂ ਕਿਸੇ ਦੇ ਘਰ ਜਾਂਦੇ ਹੋ, ਉੱਥੇ ਤੁਹਾਨੂੰ ਬੱਚੇ, ਮਾਪੇ ਸਾਰੇ ਹੀ ਚੰਗੀ ਤਮੀਜ਼ ਵਾਲੇ, ਨਰਮ ਸੁਭਾਅ ਦੇ ਤੇ ਤੁਹਾਡੀ ਦੇਖਭਾਲ ਕਰਨ ਵਾਲੇ ਮਿਲਦੇ ਹਨ। ਇਸੇ ਤਰ੍ਹਾਂ ਹੀ ਜੇ ਤੁਸੀਂ ਕਿਸੇ ਹੋਰ ਘਰ ਜਾਂਦੇ ਹੋ ਤਾਂ ਉਸ ਘਰ ਵਿੱਚ ਹਰ ਕੋਈ ਲੜਾਕੇ ਸੁਭਾਅ ਦਾ ਮਿਲਦਾ ਹੈ। ਜਿਨ੍ਹਾਂ ਦੇਸ਼ਾਂ ਵਿੱਚ ਸਰਕਾਰ ਤੇ ਰਾਜਨੀਤਿਕ ਵਾਤਾਵਰਣ ਕਾਫੀ ਇਮਾਨਦਾਰ ਹਨ, ਤੁਹਾਨੂੰ ਆਮ ਤੌਰ ਤੇ ਉੱਥੋਂ ਦੇ ਬੰਦੇ ਵੀ ਇਮਾਨਦਾਰ, ਕਾਨੂੰਨ ਦਾ ਪਾਲਣ ਕਰਨ ਵਾਲੇ ਮਿਲਣਗੇ। ਇਸ ਤੱਥ ਦੇ ਉਲਟ ਵੀ ਇਵੇਂ ਹੀ ਹੁੰਦਾ ਹੈ, ਅਰਥਾਤ ਜਿਹੜੀ ਸਰਕਾਰ ਜਾਂ ਰਾਜਨੀਤਿਕ ਮਾਹੌਲ ਭ੍ਰਿਸ਼ਟ ਹੁੰਦਾ ਹੈ, ਉੱਥੇ ਇਮਾਨਦਾਰ ਬੰਦੇ ਵਾਸਤੇ ਜ਼ਿੰਦਗੀ ਔਖੀ ਬਣ ਜਾਂਦੀ ਹੈ, ਜਦ ਕਿ ਸੱਚ ਨਾਲ ਭਰੇ ਮਾਹੌਲ ਵਿੱਚ ਬੇਈਮਾਨੀ ਦਾ ਸਮਾਂ ਲੰਘਾਉਣਾ ਔਖਾ ਹੋ ਜਾਂਦਾ ਹੈ। ਚੰਗੇ ਮਾਹੌਲ 'ਚ ਇੱਕ ਸਧਾਰਨ ਤੇ ਮਾਮੂਲੀ ਜਿਹੇ ਕਰਮਚਾਰੀ ਦੀ ਕੰਮ ਕਰਨ ਦੀ ਸ਼ਕਤੀ ਵੱਧ ਜਾਂਦੀ ਹੈ, ਜਦ ਕਿ ਭੈੜੇ ਮਾਹੌਲ ਵਿੱਚ ਇੱਕ ਚੰਗੇ ਕਰਮ ਕਰਨ ਵਾਲੇ ਦੀ ਕਾਰਜ ਸ਼ਕਤੀ ਵੀ ਥੱਲੇ ਡਿੱਗ ਜਾਂਦੀ ਹੈ। ਸੱਭਿਅਤਾ ਕਿਸੇ ਵੀ ਥਾਂ ਜਾਂ ਪ੍ਰਸਥਿਤੀ ਵਿੱਚ ਉੱਪਰੋਂ ਥੱਲੇ ਨੂੰ ਆਉਂਦੀ ਹੈ, ਥੱਲੇ ਉੱਪਰ ਨੂੰ ਕਦੇ ਨਹੀਂ ਉੱਠਦੀ। ਸਾਨੂੰ ਇੱਕ ਕਦਮ ਪਿੱਛੇ ਮੁੜ ਕੇ ਸੋਚਣ ਦੀ ਲੋੜ ਹੈ ਕਿ ਅਸੀਂ ਆਪਣੇ ਵਾਸਤੇ ਤੇ ਆਪਣੇ ਇਰਦ ਗਿਰਦ ਰਹਿਣ ਵਾਲੇ ਬੰਦਿਆਂ ਲਈ ਕਿਵੇਂ ਦਾ ਵਾਤਾਵਰਨ ਤਿਆਰ ਕੀਤਾ ਹੈ। ਇੱਕ ਨਾ ਪੱਕੀ ਮਾਹੌਲ ਤੋਂ ਚੰਗੇ ਵਿਹਾਰ ਦੀ ਆਸ ਕਰਨੀ ਬਹੁਤ ਮੁਸ਼ਕਿਲ ਹੈ। ਜਿੱਥੇ ਕਾਨੂੰਨ ਦੀ ਉਲੰਘਣਾ ਹੀ ਕਾਨੂੰਨ ਬਣ ਜਾਵੇ, ਉੱਥੇ ਇਮਾਨਦਾਰ ਬੰਦੇ ਵੀ ਧੋਖੇਬਾਜ਼, ਕਪਟੀ ਤੇ ਚੋਰ ਬਦਮਾਸ਼ ਬਣ ਜਾਂਦੇ ਹਨ। ਕੀ ਹੁਣ ਆਪਣੇ ਲਈ ਤੇ ਆਪਣੇ ਆਲੇ ਦੁਆਲੇ ਦੇ ਬੰਦਿਆਂ ਲਈ ਜਿਹੜਾ ਅਸੀਂ ਮਾਹੌਲ ਸਿਰਜਿਆ ਹੈ, ਉਸ ਨੂੰ ਪਰਖਣ ਦਾ ਵੇਲਾ ਨਹੀਂ ਆ ਗਿਆ? ਦੂਸਰਾ ਹੈ ਅਨੁਭਵ ਜਾਂ ਐਕਸਪੀਰੀਅੰਸ। ਸਾਡਾ ਵਿਹਾਰ ਸਾਡੇ ਉੱਤੇ ਵੱਖ-ਵੱਖ ਲੋਕਾਂ ਤੇ ਘਟਨਾਵਾਂ ਦੇ ਪ੍ਰਭਾਵ ਨਾਲ ਪੈਦਾ ਹੋਏ ਤਜਰਬਿਆਂ ਨਾਲ ਬਦਲਦਾ ਰਹਿੰਦਾ ਹੈ। ਕਿਸੇ ਬੰਦੇ ਨੂੰ ਮਿਲ ਕੇ ਜੇ ਸਾਡਾ ਅਨੁਭਵ ਹਾਂ ਪੱਖੀ ਬਣ ਜਾਵੇ ਤਾਂ ਉਸ ਪ੍ਰਤੀ ਸਾਡਾ ਦ੍ਰਿਸ਼ਟੀਕੋਣ ਵੀ ਹਾਂ ਪੱਖੀ ਹੋ ਜਾਂਦਾ ਹੈ, ਤੇ ਇਸੇ ਤਰ੍ਹਾਂ ਹੀ ਜੇ ਇਸ ਤੋਂ ਉਲਟ ਹੁੰਦਾ ਹੈ ਤਾਂ ਸਾਡਾ ਦ੍ਰਿਸ਼ਟੀਕੋਣ ਵੀ ਨਾ ਪੱਖੀ ਹੋ ਜਾਂਦਾ ਹੈ। ਸਿੱਖਿਆ। ਮੈਂ ਰਸਮੀ ਤੇ ਗੈਰ ਰਸਮੀ ਦੋਹਾਂ ਤਰ੍ਹਾਂ ਦੀ ਸਿੱਖਿਆ ਨੂੰ ਤਰਜੀਹ ਦਿੰਦਾ ਹਾਂ, ਨਾ ਕਿ ਕੇਵਲ ਡਿਗਰੀ ਤੇ ਵਿਦਿਅਕ ਯੋਗਤਾਵਾਂ ਨੂੰ। ਗਿਆਨ ਨੂੰ ਜੇ ਤਰਤੀਬ ਨਾਲ ਪ੍ਰਯੋਗ 'ਚ ਲਿਆਂਦਾ ਜਾਵੇ ਤਾਂ ਇਹ ਬੌਧਿਕਤਾ 'ਚ ਬਦਲ ਕੇ ਨਿਸ਼ਚਿਤ ਸਫਲਤਾ ਦੀ ਪ੍ਰਾਪਤੀ ਦਾ ਸਾਧਨ ਬਣ ਜਾਂਦਾ ਹੈ। ਮੈਂ ਇੱਥੇ ਸਿੱਖਿਆ ਦੀ ਵੱਡੇ ਤੇ ਗਹਿਰੇ ਅਰਥਾਂ 'ਚ ਗੱਲ ਕਰ ਰਿਹਾ ਹਾਂ। ਇੱਥੇ ਸਿੱਖਿਅਕ ਦੀ ਭੂਮਿਕਾ ਜ਼ਿਆਦਾ ਮਹੱਤਵਪੂਰਨ ਹੋ ਜਾਂਦੀ ਹੈ। ਇੱਕ ਗੁਰੂ ਦਾ ਪ੍ਰਭਾਵ ਚਿਰ ਸਥਾਈ ਜਾਂ ਅਨਾਦ ਐਟਰਨਲ ਹੁੰਦਾ ਹੈ। ਇਸ ਤਰ੍ਹਾਂ ਦੇ ਅਸਰ ਜਾਂ ਪ੍ਰਭਾਵ ਨੂੰ ਮਾਪਣਾ ਇੱਕ ਤਰ੍ਹਾਂ ਨਾਲ ਅਸੰਭਵ ਹੁੰਦਾ ਹੈ। ਅਸੀਂ ਬਸ ਉਪਰੀਆਂ ਸੂਚਨਾਵਾਂ ਜਾਂ ਜਾਣਕਾਰੀ ਦੇ ਦਰਿਆ 'ਚ ਬਹਿ ਕੇ ਗਿਆਨ ਤੇ ਬੌਧਿਕਤਾ ਲਈ ਸਹਿਕਦੇ ਹਾਂ। ਸਿੱਖਿਆ ਦਾ ਤਾਂ ਇਹ ਫਰਜ਼ ਬਣਦਾ ਹੈ ਕਿ ਉਹ ਚੰਗੀ ਜ਼ਿੰਦਗੀ ਬਣਾਉਣਾ ਹੀ ਨਹੀਂ, ਸਗੋਂ ਉਸੇ ਜ਼ਿੰਦਗੀ ਨੂੰ ਚੰਗੀ ਤਰ੍ਹਾਂ ਜਿਉਣਾ ਵੀ ਸਿਖਾਵੇ। ਤਾਂ ਅੱਜ ਲਈ ਇੰਨਾ ਹੀ। ਨੈਕਸਟ ਜਿਹੜਾ ਹੈਗਾ ਆਪਣਾ ਸਬ ਟੌਪਿਕ ਹੈ ਸਪਸ਼ਟ ਤੇ ਸਕਾਰਾਤਮਕ ਸੋਚ ਵਾਲੇ ਲੋਕਾਂ ਦੀ ਪਹਿਚਾਣ ਕਿਵੇਂ ਕੀਤੀ ਜਾਵੇ, ਇਹ ਆਪਾਂ ਨੈਕਸਟ ਵਾਲੀ ਵੀਡੀਓ ਦੇ ਵਿੱਚ ਕਰਾਂਗੇ। ਥੈਂਕ ਯੂ, ਥੈਂਕਸ ਫॉर ਵਾਚਿੰਗ।